मीडियम वेव 343.6 मीटर यानी 873 किलो हर्ट्स, FM बैंड 100.8 मैगा हर्ट्स फाजिलका, FM बैंड 100.9 मैगा हर्ट्स कसौली ਤੇ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਇਹ ਆਕਾਸ਼ਵਾਣੀ ਹੈ। ਪੇਸ਼ੇ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ ਦੂਜੀ ਕੜੀ। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਜਲਵਾਯੂ ਬਦਲਾਅ ਵਿਗਿਆਨ ਦੇ ਇਸ ਲੜੀਵਾਰ ਬਦਲਦਾ ਜਲਵਾਯੂ ਦੀ ਦੂਜੀ ਕੜੀ 'ਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਜੀ ਹਾਂ, ਇਸ ਵਿਗਿਆਨ ਲੜੀਵਾਰ ਦੀ ਪਿਛਲੀ ਕੜੀ ਜਲਵਾਯੂ ਬਦਲਾਅ ਸਾਡੀ ਹੋਂਦ ਨੂੰ ਖਤਰਾ 'ਚ ਦਿੱਤੀ ਸੀ ਅਸੀਂ ਮੁੱਢਲੀ ਜਾਣਕਾਰੀ। ਸੁਣਿਆ ਸੀ ਨਾ ਤੁਸੀਂ ਕਿ ਕੀ ਹੋਏਗਾ ਖਾਕਾ ਇਸ ਨਵੇਂ ਲੜੀਵਾਰ ਦਾ? ਸੁਣਿਆ ਸੀ ਕਿ ਕਿਵੇਂ ਇਸ ਲੜੀਵਾਰ ਦੀਆਂ ਹੋਣਗੀਆਂ 52 ਕੜੀਆਂ ਤੇ ਪ੍ਰਸਾਰਣ ਹੋਏਗਾ ਜਿਨ੍ਹਾਂ ਦਾ ਹਰ ਐਤਵਾਰ ਆਕਾਸ਼ਵਾਣੀ ਜਲੰਧਰ ਤੋਂ। ਸਿਰਫ ਜਲੰਧਰ ਤੋਂ ਹੀ ਨਹੀਂ, ਸਗੋਂ ਬਠਿੰਡਾ ਤੇ ਪਟਿਆਲਾ ਸਟੇਸ਼ਨ ਵੀ ਪ੍ਰਸਾਰਣ ਕਰਨਗੇ ਇਸ ਲੜੀਵਾਰ ਦੀ ਹਰ ਕਿਸ਼ਤ ਦਾ ਉਸੇ ਦਿਨ ਉਸੇ ਵਕਤ। ਜੀ ਹਾਂ ਸਰੋਤਿਓ, ਜਲੰਧਰ ਸਟੇਸ਼ਨ ਦੇ ਪ੍ਰਬੰਧਕਾਂ, ਮਾਹਿਰਾਂ ਤੇ ਕਲਾਕਾਰਾਂ ਦੀ ਟੀਮ ਵੱਲੋਂ ਰਿਕਾਰਡ ਇਸ ਲੜੀਵਾਰ ਦੀ ਹਰ ਕੜੀ ਤੁਸੀਂ ਇਨ ਬਿਨ ਸੁਣ ਸਕਦੇ ਹੋ ਆਕਾਸ਼ਵਾਣੀ ਪਟਿਆਲਾ ਤੇ ਬਠਿੰਡਾ ਤੋਂ ਵੀ। ਵੇਖੋ ਜੀ, ਸੁਣ ਲਿਆ ਸੀ ਅਸੀਂ ਕਿ ਕਿਵੇਂ ਇਸ ਨਾਟਕ ਦੀਆਂ ਕੜੀਆਂ ਹਰ ਹਫਤੇ ਖੋਲਣਗੀਆਂ ਭੇਦ ਜਲਵਾਯੂ ਬਦਲਾਅ ਦੇ। ਸੁਣਾਈ ਸੀ ਕਹਾਣੀ ਕਿ ਸਾਡੀ ਧਰਤੀ ਦੇ ਜਲਵਾਯੂ 'ਚ ਹੋ ਰਹੇ ਇਹਨਾਂ ਇੰਨੇ ਤੇਜ਼ ਬਦਲਾਵਾਂ ਦਾ ਮੁੱਖ ਕਾਰਨ ਹੈ ਸਾਡੀ ਆਧੁਨਿਕ ਵਿਕਾਸ ਦੀ ਦੌੜ। ਪਰ ਕੁਦਰਤੀ ਵਰਤਾਰੇ ਤੇ ਕੁਦਰਤੀ ਚੱਕਰ ਵੀ ਜਲਵਾਯੂ 'ਚ ਬਦਲਾਅ ਕਰਦੇ ਰਹੇ ਨੇ। ਇਹ ਵੀ ਤਾਂ ਜਾਣ ਲਿਆ ਸੀ ਕਿ ਪਤਾ ਚੱਲੇਗਾ ਸਾਨੂੰ ਜਲਵਾਯੂ ਤੇ ਮੌਸਮ 'ਚ ਫਰਕ। ਸੁਣਿਆ ਸੀ ਅਸੀਂ ਕਿ ਜਲਵਾਯੂ ਬਦਲਾਅ ਰਾਹੀਂ ਜੈਵਿਕ ਤੇ ਅਜੈਵਿਕ ਜੀਵਨ ਤੇ ਪੈਣ ਵਾਲੇ ਪ੍ਰਭਾਵਾਂ ਦਾ ਹੋਏਗਾ ਖੁਲਾਸਾ। ਬਰਫਾਨੀ ਚੋਟੀਆਂ ਦੇ ਪਿਘਲਣ ਦਾ ਟਾਪੂਆਂ ਤੇ ਸਮੁੰਦਰੀ ਤੱਟਾਂ ਦੇ ਜਨ ਜੀਵਨ ਤੇ ਪੈਣ ਵਾਲੇ ਪ੍ਰਭਾਵਾਂ ਦਾ ਵੀ ਹੋਏਗਾ ਵਿਖਿਆਨ। ਮਨੁੱਖੀ ਸਰੀਰ, ਸੱਭਿਆਚਾਰ, ਅਰਥਚਾਰੇ ਤੇ ਪ੍ਰਸ਼ਾਸਨ ਤੇ ਪੈਣ ਵਾਲੇ ਪ੍ਰਭਾਵਾਂ ਦੇ ਨਾਲ ਹੀ ਸਾਡੀ ਖੇਤੀ ਤੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਹੋਏਗੀ ਚਰਚਾ। ਇਸ ਨਾਲ ਟੈਕਟੋਨਿਕ ਪਲੇਟਾਂ ਉੱਪਰ, ਜਵਾਲਾਮੁਖੀਆਂ ਉੱਪਰ ਭੂਚਾਲਾਂ ਤੇ ਸੁਨਾਮੀਆਂ ਉੱਪਰ ਪੈਣ ਵਾਲੇ ਪ੍ਰਭਾਵ ਵੀ ਹੋਣਗੇ ਚਰਚਾ ਦੇ ਵਿਸ਼ੇ। ਅੱਜ ਦੇ ਇਸ ਲੜੀਵਾਰ 'ਚ ਸੁਣਾਂਗੇ ਅਸੀਂ ਕਹਾਣੀ ਕਿ ਕੀ ਹੁੰਦਾ ਹੈ ਜਲਵਾਯੂ ਬਦਲਾਅ, ਕੀ ਹੈ ਇਸ ਦਾ ਵਿਗਿਆਨ। ਸੁਣਾਵਾਂਗੇ ਅਸੀਂ ਤੁਹਾਨੂੰ ਅੱਜ ਫਰਕ ਜਲਵਾਯੂ ਬਦਲਾਅ ਤੇ ਮੌਸਮ ਦੇ ਵਿਚਕਾਰ ਵੀ। ਲਓ ਸੁਣੋ ਇਸ ਨਵੇਂ ਲੜੀਵਾਰ ਬਦਲਦਾ ਜਲਵਾਯੂ ਦੀ ਦੂਜੀ ਕੜੀ। ਕੀ ਹੈ ਜਲਵਾਯੂ ਬਦਲਾਅ, ਕਿਵੇਂ ਹੈ ਇਹ ਵੱਖਰਾ ਮੌਸਮ ਨਾਲੋਂ। ਇੰਨੀ ਠੰਡ ਪੈ ਰਹੀ ਹੈ ਪਰ ਸੁਮਿਤ ਪਤਾ ਨਹੀਂ ਕਿੱਥੇ ਗਿਆ। ਸਵੈਟਰ ਵੀ ਇੱਕੋ ਪਾਇਆ। ਮੰਮੀ, ਵੀਰਾ ਤਾਂ ਖੇਡਣ ਡਿਆ ਹੋਣਾ, ਉਹਨੇ ਠੰਡ ਤੋਂ ਕੀ ਲੈਣਾ। ਤੈਨੂੰ ਕੀ ਪਤਾ, ਠੰਡ ਕਿਸੇ ਨੂੰ ਨਹੀਂ ਛੱਡਦੀ। ਲੈ ਮੰਮੀ, ਆ ਗਿਆ ਵੀਰਾ ਤਾਂ। ਦੰਦ ਵੱਜ ਰਹੇ ਨੇ, ਇਹ ਤਾਂ ਕੰਬਦਾ ਪਿਆ। ਮਾਂ ਸਦਕੇ, ਕੀ ਹੋਇਆ ਪੁੱਤ, ਕਿੱਥੇ ਸੀ? ਇੰਨਾ ਲੋਹੜੀ ਦਾ ਪਾਲਾ ਤੇ ਤੂੰ ਬਾਹਰ। ਵੇਖਾਂ ਕੀ ਹਾਲ ਬਣਾਇਆ। ਰਜਾਈ ਵਿੱਚ ਬੈਠ ਮੇਰਾ ਪੁੱਤ, ਮੈਂ ਗਰਮ ਚਾਹ ਲਿਆਉਣੀ ਬਣਾ ਕੇ। ਅੱਜ ਤਾਂ ਬਾਹਰ ਠੰਡ ਹੀ ਬਹੁਤ ਜ਼ਿਆਦਾ ਹੈ। ਇੰਨੀ ਠੰਡੀ ਹਵਾ, ਵਰਖਾ ਸਰਦੀਆਂ ਦੀ ਆਈ ਹੈ, ਵਾਹ ਵੀ ਨਾਲ ਲਿਆਈ ਹੈ। ਠੰਡ ਕੜਾਕੇ ਦੀ ਪਾਈ ਹੈ, ਸ਼ਾਮਤ ਗਰੀਬਾਂ ਦੀ ਆਈ ਹੈ। ਅਮੀਰ ਤਾਂ ਬੈਠੇ ਵਿੱਚ ਰਜਾਈਆਂ, ਹੀਟਰਾਂ ਦੀ ਕਮਾਈ ਹੈ। ਇਹ ਤਾਂ ਤੂੰ ਚੰਗਾ ਕੀਤਾ ਮਨਜੀਤ, ਦਰਵਾਜ਼ੇ ਖਿੜਕੀਆਂ ਬੰਦ ਕਰਕੇ। ਪਰ ਇੰਨੀ ਠੰਡ ਕਿਉਂ ਹੈ ਮੰਮੀ ਜੀ? ਕਹਿੰਦੇ ਨੇ ਜਲਵਾਯੂ ਤਾਂ ਗਰਮ ਹੋ ਰਿਹਾ ਹੈ। ਹਾਂ ਬੇਟੇ, ਜਲਵਾਯੂ ਵਿੱਚ ਤਾਂ ਬਦਲਾਅ ਆ ਰਿਹਾ ਹੈ। ਇਹੀ ਤਾਂ ਕਾਰਨ ਬਣ ਰਿਹਾ ਚਾਣਚੱਕ ਬਦਲਦੇ ਮੌਸਮਾਂ ਦਾ। ਪਰ ਮੰਮੀ, ਮੌਸਮ ਤੇ ਜਲਵਾਯੂ ਵੱਖ-ਵੱਖ ਵਰਤਾਰੇ ਨੇ। ਮੌਸਮ ਨੂੰ ਜਲਵਾਯੂ ਥੋੜੀ ਨਾ ਕਹਿੰਦੇ ਨੇ ਦੀਦੀ। ਤੂੰ ਚੁੱਪ ਕਰ। ਮੰਮੀ, ਕੀ ਫਰਕ ਕੀ ਹੈ ਦੋਵਾਂ 'ਚ? ਫਰਕ ਬੜਾ ਵੱਡਾ ਫਰਕ ਹੁੰਦਾ ਇਹਨਾਂ ਦੋਹਾਂ ਵਿੱਚ ਤਾਂ। ਮੌਸਮ ਹੁੰਦਾ ਹੈ ਕਿਸੇ ਸਥਾਨ ਉੱਪਰ ਵਕਤੀ ਤੌਰ ਦਾ ਤਾਪਮਾਨ, ਹਵਾ ਦੀ ਸਿੱਲ ਤੇ ਹਵਾਵਾਂ ਦੇ ਹਾਲਾਤ ਵਗੈਰਾ ਵਗੈਰਾ।
ਮੌਸਮ ਤਾਂ ਜਲਦੀ ਜਲਦੀ ਬਦਲਦਾ ਰਹਿੰਦਾ ਹੈ। ਕਦੇ ਸਰਦੀ, ਕਦੇ ਗਰਮੀ, ਕਦੇ ਵਰਖਾ ਤੇ ਕਦੇ ਪਤਝੜ ਤੇ ਬਸੰਤ ਵੀ। ਕਦੀ ਮੌਸਮ ਸੁਹਾਵਣਾ ਹੁੰਦਾ ਹੈ ਤੇ ਕਦੀ ਬਹੁਤ ਹੀ ਮਾੜਾ। ਆਹੋ, ਮੌਸਮ ਲਗਾਤਾਰ ਬਦਲਦੇ ਰਹਿੰਦੇ ਨੇ। ਕਹਿੰਦੇ ਨੇ ਲੋਹੜੀ ਤੇ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਬਸੰਤ ਵੇਲੇ ਸਮਝੋ ਠੰਡ ਖਤਮ। ਹਾਂਜੀ, ਤਾਂ ਲੋਹੜੀ ਵੇਲੇ ਤਿਲ ਅੱਗ 'ਚ ਪਾਉਂਦੇ ਨੇ ਤੇ ਕਿਹਾ ਜਾਂਦਾ ਹੈ, ਈਸਰ ਆਵੇ ਦਲਿੱਦਰ ਜਾਵੇ, ਦਲਿੱਦਰ ਦੀ ਜੜ ਚੁੱਲ੍ਹੇ ਪਾਵੇ। ਮਤਲਬ ਪਾਲਾ ਘਟ ਰਿਹਾ ਹੈ, ਸੁਸਤੀ ਛੱਡੋ ਤੇ ਚੁਸਤ ਦਰੁਸਤ ਹੋ ਕੇ ਕੰਮ ਕਰੋ, ਮੌਸਮ ਤੋਂ ਨਾ ਡਰੋ। ਸਾਡੀ ਮੈਡਮ ਜੀ ਵੀ ਕਹਿੰਦੇ ਨੇ, ਆਈ ਬਸੰਤ ਤੇ ਪਾਲਾ ਉਡੰਤ। ਉਹ ਵੇਖ, ਆ ਗਏ ਨੇ ਤੇਰੇ ਪਾਪਾ। ਕਰ ਲੈ ਗਿਆਨ ਗੋਸ਼ਟੀ ਇਹਨਾਂ ਦੇ ਨਾਲ। ਮੈਂ ਜਦ ਤੱਕ ਚਾਹ ਦਾ ਇੰਤਜ਼ਾਮ ਕਰਕੇ ਆਉਂਦੀ ਹਾਂ। ਪਾਪਾ, ਆ ਮੌਸਮ ਥਾਂ ਤੇ ਕਿਵੇਂ ਬਦਲਦਾ ਹੈ? ਮਨਜੀਤ ਬੇਟਾ, ਮੌਸਮ ਕਦੇ ਵੀ ਇੱਕੋ ਜਿਹਾ ਨਹੀਂ ਹੁੰਦਾ। ਜਦੋਂ ਪਹਾੜਾਂ 'ਤੇ ਮੀਂਹ ਪੈਂਦਾ ਹੈ, ਮੈਦਾਨਾਂ 'ਚ ਧੁੱਪ ਨਿਕਲੀ ਹੋਈ ਹੁੰਦੀ ਹੈ। ਅੱਛਾ, ਇਹ ਤਾਂ ਪਾਪਾ ਬੜੀ ਹੈਰਾਨੀ ਵਾਲੀ ਗੱਲ ਹੈ। ਹਾਂ, ਮੈਂ ਸਮਝਾਉਣਾ। ਸੁਮਿਤ, ਹਾਂਜੀ ਪਾਪਾ ਜੀ, ਤੂੰ ਵੀ ਸੁਣ। ਦੱਸੋ ਜੀ। ਮੌਸਮ ਕਿਤੇ ਠੰਡਾ ਤੇ ਕਿਤੇ ਗਰਮ ਹੋ ਜਾਂਦਾ ਹੈ। ਦਿਨਾਂ, ਹਫ਼ਤਿਆਂ ਤੇ ਮਹੀਨਿਆਂ 'ਚ ਹੀ ਬਦਲ ਜਾਂਦਾ ਹੈ। ਅਸਮਾਨ ਵੀ ਕਿਤੇ ਬਦਲਣ ਨਾਲ ਢੱਕਿਆ ਜਾਂਦਾ ਹੈ ਤੇ ਕਿਤੇ ਸਾਫ਼ ਹੋ ਜਾਂਦਾ ਹੈ। ਕਿਤੇ ਤੇਜ਼ ਮੀਂਹ ਤੇ ਕਿਤੇ ਬਰਫ਼ ਪੈਂਦੀ ਹੈ। ਹਾਂ, ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਸੱਚ ਇਹ ਹੈ ਕਿ ਮੌਸਮ ਸਾਰਾ ਸਾਲ ਹੀ ਬਦਲਦਾ ਹੈ। ਓਕੇ ਪਾਪਾ, ਹੁਣ ਮੈਂ ਸਮਝ ਗਈ। ਮੈਨੂੰ ਵੀ ਸਮਝ ਆ ਗਿਆ ਪਾਪਾ ਜੀ। ਸ਼ਾਬਾਸ਼ ਬੇਟੇ। ਮੌਸਮ ਦਾ ਕੀ ਹੈ, ਇਹ ਤਾਂ ਬਸ ਬਦਲਦੇ ਰਹਿੰਦਾ ਹੈ। ਇਸ ਬਦਲਾਅ ਵਾਸਤੇ ਤਾਂ ਸਮਾਂ, ਸਥਾਨ ਜਾਂ ਫਿਰ ਇਲਾਕੇ ਦੀ ਵੀ ਕੋਈ ਬੰਦਿਸ਼ ਨਹੀਂ ਹੈ। ਪਰ ਤੂੰ ਇਹ ਸਭ ਜਾਣਨਾ ਕਿਉਂ ਚਾਹੁੰਦੀ ਹੈ? ਪਾਪਾ, ਅਸਲ 'ਚ ਕੱਲ ਦੀ ਗੱਲ ਹੈ। ਸਾਡੇ ਜਿਓਗ੍ਰਾਫੀ ਦੇ ਅਧਿਆਪਕ ਮੌਸਮ ਤੇ ਜਲਵਾਯੂ ਦੇ ਬਾਰੇ ਪੜ੍ਹਾ ਰਹੇ ਸੀ ਤੇ ਅੱਜ ਵੀ ਨਾ ਕਿਸੇ ਨੇ ਇੱਕ ਪੋਸਟ WhatsApp ਤੇ ਪਾਈ ਹੋਈ ਹੈ। ਅੱਛਾ ਬੇਟਾ, ਸਾਡੇ ਜੀਵਨ 'ਚ ਜਲਵਾਯੂ ਦੀ ਬਹੁਤ ਵੱਡੀ ਭੂਮਿਕਾ ਹੈ। ਅੱਜ ਸਾਡੀਆਂ ਸਾਰੀਆਂ ਗਤੀਵਿਧੀਆਂ ਮੌਸਮ ਵਿਗਿਆਨੀਆਂ ਦੁਆਰਾ ਦਿੱਤੇ ਗਏ ਪੂਰਵ ਅਨੁਮਾਨਾਂ ਨਾਲ ਹੀ ਤੈਅ ਹੁੰਦੀਆਂ ਨੇ। ਪਰ ਪਾਪਾ, ਕੀ ਅਸੀਂ ਕੁਝ ਸ਼ਬਦਾਂ 'ਚ ਮੌਸਮ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ? ਦੱਸੋ, ਇੱਕ ਜਾਂ ਦੋ ਲਾਈਨਾਂ 'ਚ ਉਹ ਪਰਿਭਾਸ਼ਾ ਕੀ ਹੋਏਗੀ? ਮੈਂ ਵੀ ਜਾਣਨਾ ਚਾਹਨਾ। ਅੱਛਾ, ਜੇ ਕੁਝ ਸ਼ਬਦਾਂ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਲਓ ਫਿਰ ਸੁਣੋ। ਕਿਸੇ ਖਾਸ ਸਥਾਨ ਉੱਪਰ ਥੋੜੇ ਸਮੇਂ ਲਈ ਵਾਯੂਮੰਡਲੀ ਪਰਿਸਥਿਤੀਆਂ ਨੂੰ ਕਹਿੰਦੇ ਨੇ ਮੌਸਮ। ਮਤਲਬ ਕਿਸੇ ਇੱਕ ਸਥਾਨ ਉੱਪਰ ਕਿਸੇ ਖਾਸ ਸਮੇਂ ਤੇ ਵਾਯੂਮੰਡਲ ਦੀਆਂ ਅਵਸਥਾਵਾਂ। ਮੌਸਮ ਬਾਰੇ ਬਹੁਤਾ ਕਰਕੇ ਅਗਲੇ 24 ਘੰਟਿਆਂ ਦਾ ਪੂਰਵ ਅਨੁਮਾਨ ਹੀ ਦੱਸਿਆ ਜਾਂਦਾ ਹੈ। ਕਿਸ ਸਮੇਂ ਕਿਸ ਸਥਾਨ ਤੇ ਕੀ ਤਾਪਮਾਨ ਹੋਏਗਾ, ਅਸਮਾਨ ਸਾਫ਼ ਹੋਏਗਾ ਜਾਂ ਫਿਰ ਬੱਦਲਾਂ ਨਾਲ ਢੱਕਿਆ ਹੋਏਗਾ, ਵਰਖਾ ਹੋਏਗੀ ਜਾਂ ਫਿਰ ਖੁਸ਼ਕ ਮੌਸਮ ਹੋਏਗਾ, ਹਵਾ ਚੱਲੇਗੀ ਜਾਂ ਹਨੇਰੀ ਆਏਗੀ। ਪਾਪਾ ਜੀ, ਇਸ ਤੋਂ ਤਾਂ ਸਾਫ਼ ਪਤਾ ਚੱਲ ਜਾਂਦਾ ਹੈ ਕਿ ਵਾਯੂਮੰਡਲ ਨੂੰ ਤਾਂ ਤਾਪਮਾਨ, ਨਮੀ, ਹਵਾ ਦੀ ਗਤੀ, ਹਵਾ ਦਾ ਦਬਾਅ, ਵਰਖਾ, ਬੱਦਲ, ਕੋਹਰਾ, ਹਨੇਰੀ, ਤੂਫਾਨ ਇਹ ਸਾਰੇ ਪ੍ਰਭਾਵਿਤ ਕਰਦੇ ਨੇ। ਬਿਲਕੁਲ ਸਹੀ ਕਿਹਾ। ਕਿਉਂਕਿ ਇਹੀ ਉਹ ਕਾਰਨ ਨੇ ਜਿਹੜੇ ਪੂਰੇ ਦਿਨ ਦੀ ਤਾਂ ਗੱਲ ਹੀ ਛੱਡੋ, ਘੰਟਿਆਂ ਵਿੱਚ ਹੀ ਬਦਲਾ ਲਿਆ ਦਿੰਦੇ ਨੇ ਮੌਸਮ 'ਚ। ਤੁਸੀਂ ਦੇਖਿਆ ਹੋਵੇਗਾ, ਕਦੇ ਕਦਾਈ ਮੀਂਹ ਦੀ ਰੁੱਤ ਤੋਂ ਬਾਅਦ ਇੱਕਦਮ ਧੁੱਪ ਨਿਕਲ ਆਉਂਦੀ ਹੈ। ਹਾਂਜੀ, ਮੈਂ ਦੇਖਿਆ ਹੈ ਨਾ। ਤੇ ਕਦੇ ਇਸ ਦੇ ਬਿਲਕੁਲ ਉਲਟ ਵੀ, ਮਤਲਬ ਧੁੱਪ ਦੇ ਚਲਦੇ ਮੀਂਹ ਸ਼ੁਰੂ ਹੋ ਜਾਂਦਾ। ਹਾਂਜੀ ਪਾਪਾ, ਮੈਂ ਵੀ ਦੇਖਿਆ ਹੈ। ਇੱਕ ਵਾਰ ਨਹੀਂ, ਕਈ ਵਾਰ। ਧੁੱਪ 'ਚ ਹੁੰਦੀ ਵਰਖਾ ਨੂੰ ਤਾਂ ਕਹਿੰਦੇ ਹੁੰਦੇ ਆ ਨਾ, ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ। ਦੀਦੀ ਤੁਸੀਂ ਤਾਂ ਹਾਸੇ ਹੀ ਪਾਉਂਦੇ ਰਹਿੰਦੇ। ਹਾਂ, ਬਸ ਸਮਝ ਲਓ, ਮੌਸਮ ਦਾ ਤਾਂ ਸੁਭਾਅ ਹੈ ਬਦਲਦੇ ਰਹਿਣਾ। ਕਦੇ ਠੰਡ ਤੇ ਕਦੇ ਗਰਮੀ ਲਿਆਉਣੀ। ਇਸ ਲਈ ਮੌਸਮ ਦਾ ਪੂਰਵ ਅਨੁਮਾਨ ਲਾਉਣਾ ਇੱਕ ਔਖਾ ਕੰਮ ਹੈ। ਪਰ ਪਾਪਾ, ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਬਹੁਤ ਚੰਗਾ ਸਵਾਲ ਹੈ। ਸ਼ਾਬਾਸ਼। ਕਿਸੇ ਨੂੰ ਅਪਰਾਧੀ ਆਖਣ ਤੋਂ ਚੰਗਾ ਹੈ ਅਸੀਂ ਇਹ ਜਾਣੀਏ ਕਿ ਇਹਦੇ ਪਿੱਛੇ ਕਿਹੜੇ ਕਾਰਕ ਨੇ। ਲਓ ਜਾਣ ਲਓ ਫਿਰ। ਸਭ ਤੋਂ ਵੱਡਾ ਕਾਰਕ ਹੈ ਸੂਰਜ।
ਹੈ ਸੂਰਜ? ਉਹ ਕਿਵੇਂ ਪਾਪਾ ਜੀ? ਸੂਰਜ ਊਰਜਾ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਊਰਜਾ ਹੈ ਇਸ ਪਰਿਵਰਤਨ ਦੇ ਪਿੱਛੇ ਮੁੱਖ ਕਾਰਨ। ਪਰ ਪਾਪਾ ਸੂਰਜ ਦੀ ਊਰਜਾ ਨਾਲ ਇਹ ਸਭ ਕਿਵੇਂ ਸੰਭਵ ਹੁੰਦਾ ਹੈ? ਬੇਟੇ ਮਨਜੀਤ, ਕੀ ਤੂੰ ਜਾਣਦੀ ਹੈ ਕਿਸੇ ਸਥਾਨ ਦੇ ਮੌਸਮ ਦਾ ਹਿਸਾਬ ਲਾਉਣ ਵਾਸਤੇ ਧਰਤੀ ਦੇ ਵਾਯੂਮੰਡਲ, ਇਸ ਦੇ ਤਲ ਵੱਲੋਂ ਤੇ ਸਮੁੰਦਰ ਵੱਲੋਂ ਸੋਖੀ ਗਈ ਤੇ ਪਰਿਵਰਤਿਤ ਊਰਜਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਹਾਂਜੀ। ਜੇ ਜ਼ਿਆਦਾ ਊਰਜਾ ਸੋਖੀ ਜਾਵੇ ਪਰ ਘੱਟ ਛੱਡੀ ਜਾਵੇ ਤਾਂ ਮੌਸਮ ਗਰਮ ਰਹੇਗਾ ਤੇ ਇਸ ਦੇ ਉਲਟ ਜੇ ਘੱਟ ਊਰਜਾ ਸੋਖੀ ਜਾਵੇ ਪਰ ਛੱਡੀ ਜ਼ਿਆਦਾ ਜਾਵੇ ਤਾਂ ਮੌਸਮ ਠੰਡਾ ਰਹੇਗਾ। ਓ ਇਸ ਦੇ ਨਾਲ ਹਵਾ ਦਾ ਵਹਾਅ, ਚੱਕਰਵਾਤਾਂ ਦਾ ਆਉਣਾ ਵੀ ਮੌਸਮ ਨੂੰ ਪ੍ਰਭਾਵਿਤ ਕਰਦੇ ਨੇ। ਅੱਛਾ ਜੀ, ਮੈਨੂੰ ਤੇ ਪਤਾ ਵੀ ਨਹੀਂ ਸੀ। ਲਓ ਜੀ, ਹੁਣ ਥੋੜਾ ਜਿਹਾ ਇਸ ਸਮੇਂ ਨੂੰ ਵੀ ਪ੍ਰਭਾਵਿਤ ਕਰਦੇ ਆਂ। ਗਰਮਾ ਗਰਮ ਚਾਹ ਨਾਲ ਪਕੌੜੇ। ਓਏ ਰਾਜੂ, ਤੂੰ ਤਾਂ ਪਿੰਡ ਗਿਆ ਸੀ, ਕਦੋਂ ਆਇਆ? ਬਸ ਅੱਜ ਹੀ ਆਇਆ ਸਾਹਿਬ ਜੀ, ਦੁਪਹਿਰੇ। ਸਭ ਠੀਕ ਠਾਕ ਨੇ? ਹਾਂਜੀ ਹਾਂਜੀ, ਸਭ ਠੀਕ ਹੈ ਜੀ। ਲਿਆ ਫਿਰ ਚਾਹ ਤੇ ਪਕੌੜੇ। ਲਓ ਜੀ, ਲਓ ਸਾਹਿਬ ਜੀ। ਲਾ 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 ਰੇ ਲਾ ਰੇ ਲਾ ਰੇ। ਜੇਕਰ ਅਸੀਂ ਆਪਣੇ ਆਸ ਪੜੋਸ ਦੇ ਜਲਵਾਯੂ ਦੀ ਗੱਲ ਕਰੀਏ, ਲਾ 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 ਰੇ, ਤਾਂ ਇਸ ਨੂੰ ਪਰਿਭਾਸ਼ਿਤ ਕਰਨ ਲਈ ਸ਼ਬਦ ਘੱਟ ਰਹਿ ਜਾਣਗੇ। ਲਾ 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 ਰੇ। ਜਿਹੜਾ ਦਿਨ ਖੁਸ਼ਕ ਹੋਵੇਗਾ ਉਸ ਦਿਨ ਗਰਮੀ ਹੋਵੇਗੀ। ਲਾ 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 ਰੇ, ਜਾਵੇ ਜਾਵੇ। ਅਤੇ ਜਿਸ ਦਿਨ ਠੰਡ ਅਤੇ ਬਰਫ਼ਬਾਰੀ ਹੋਵੇਗੀ, ਜਮ ਜਾਵੇਗੀ ਕੁਲਫੀ ਸਾਡੀ। ਲਾ 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 ਰੇ ਕੀ ਕਰ ਰਹੇ ਹੈ? ਪੜ੍ਹ ਰਹੇ ਹੈ ਜਾਂ ਟਾਈਮ ਪਾਸ ਕਰ ਰਹੇ ਹੈ? ਮੰਮੀ ਜੀ, ਇਹ ਲਾਈਨਾਂ ਤਾਂ ਮੇਰੇ ਸਬਜੈਕਟ ਦੀ ਸ਼ੁਰੂਆਤ ਨੇ, ਕਲਾਈਮੇਟ ਯਾਨੀ ਜਲਵਾਯੂ ਦੀਆਂ। ਕਲਾਈਮੇਟ? ਪਰ ਇਸ ਲੱਲਾ ਲੱਲਾ ਲਾਰੇ ਵਿੱਚ ਕਿਹੜੀ ਕਲਾਈਮੇਟ ਵਾਲੀ ਖਾਸ ਗੱਲ ਹੈ ਓਏ? ਮੇਰੇ ਮੰਮੀ ਜੀ ਕਿੰਨੇ ਪਿਆਰੇ ਮੰਮੀ ਜੀ, ਤੁਸੀਂ ਨਹੀਂ ਜਾਣਦੇ ਜਾਂ ਜਾਣਨ ਤੋਂ ਵੀ ਬੰਦੇ ਹੋ ਅਣਜਾਣ। ਮੈਂ ਤੇ ਵਾਯੂਮੰਡਲ ਦੀ ਜਾਣਕਾਰੀ ਬਾਰੇ ਪੜ੍ਹ ਰਿਹਾ ਸੀ। ਅੱਛਾ, ਤੂੰ ਵਾਯੂਮੰਡਲ ਦੀ ਪਰਿਸਥਿਤੀਆਂ ਬਾਰੇ ਪੜ੍ਹ ਰਿਹਾ ਹੈ। ਪਰ ਦੈਨਿਕ ਤੇ ਹਫ਼ਤਾਵਾਰੀ ਮੌਸਮ ਇਸ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਰੋਜ਼ਾਨਾ ਦਾ ਮੌਸਮ ਜਲਵਾਯੂ ਨਹੀਂ ਹੁੰਦਾ ਬੇਟਾ। ਜਲਵਾਯੂ ਦੀ ਗਣਨਾ ਤਾਂ 30 ਸਾਲਾਂ ਦੇ ਮੌਸਮ ਦੇ ਔਸਤਨ ਅੰਕੜਿਆਂ ਨਾਲ ਕੀਤੀ ਜਾਂਦੀ ਹੈ। ਵਾਹ ਮੰਮੀ, ਮੈਨੂੰ ਪਤਾ ਸੀ ਤੁਸੀਂ ਜਾਣੀ ਜਾਣੋ। ਅੱਛਾ, ਇਹ ਦੱਸੋ ਕਿ ਜਲਵਾਯੂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੌਣ ਕਰਦਾ ਹੈ? ਬਹੁਤ ਅੱਛੇ ਪੁੱਤਰ, ਤੇਰੀ ਮਾਂ ਨਾ ਅੱਜ ਕੱਲ੍ਹ 10ਵੀਂ ਦੇ ਵਿਦਿਆਰਥੀਆਂ ਨੂੰ ਜਲਵਾਯੂ ਬਦਲਾਅ ਹੀ ਪੜ੍ਹਾ ਰਹੀ ਹੈ। ਇਸ ਬਦਲਾਅ ਦੇ ਦੋ ਮੁੱਖ ਕਾਰਕ ਨੇ, ਤਾਪਮਾਨ ਤੇ ਪ੍ਰੈਸੀਪਿਟੇਸ਼ਨ। ਹੈ ਮੰਮੀ ਜੀ, ਪ੍ਰੈਸੀਪਿਟੇਸ਼ਨ ਇਹ ਕੀ ਹੁੰਦਾ ਮੰਮੀ ਜੀ? ਬਿਲਕੁਲ, ਹੁਣ ਮਜ਼ਾਕ ਉਡਾਉਣ ਦੀ ਮੇਰੀ ਵਾਰੀ ਹੈ। ਮੇਰੇ ਪੁੱਤਰ ਨੂੰ ਤਾਂ ਪ੍ਰੈਸੀਪਿਟੇਸ਼ਨ ਸ਼ਬਦ ਦਾ ਅਰਥ ਵੀ ਨਹੀਂ ਪਤਾ ਤੇ ਤਿਆਰੀ ਕਰ ਰਿਹਾ ਹੈ ਜਲਵਾਯੂ ਬਦਲਾਅ ਦੀ। ਵਾਹ ਮੰਮੀ ਜੀ, ਫਿਰ ਤੁਸੀਂ ਦੱਸੋ ਨਾ ਮੈਨੂੰ। ਠੀਕ ਹੈ ਬੇਟਾ, ਮੈਂ ਸਮਝਾਉਂਦੀ ਹਾਂ। ਪਦਾਰਥਾਂ ਦਾ ਡਿੱਗਣਾ ਜਾਂ ਫਿਰ ਰਸਾਇਣਿਕ ਕਿਰਿਆਵਾਂ 'ਚ ਪਦਾਰਥਾਂ ਦਾ ਹੇਠਾਂ ਬੈਠਣਾ, ਜਿਵੇਂ ਭਾਰੇ ਪਾਣੀ ਨੂੰ ਬਾਰ-ਬਾਰ ਗਰਮ ਕਰਨ ਤੇ ਦੇਖਦੇ ਹੋ ਨਾ ਇੱਕ ਪਾਊਡਰ ਜਿਹਾ ਹੇਠਾਂ ਬੈਠ ਜਾਂਦਾ ਹੈ। ਹਾਂਜੀ ਮੰਮੀ ਜੀ। ਜਿਹੜਾ ਸਾਨੂੰ ਸਫੇਦ ਪਰਤ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ ਨਾ, ਇਹੀ ਪ੍ਰੈਸੀਪਿਟੇਸ਼ਨ ਹੈ। ਅੱਛਾ। ਪਰ ਬੇਟਾ, ਇਹ ਤਾਂ ਸਿਰਫ ਇੱਕ ਪਹਿਲੂ ਹੈ। ਪਾਣੀ ਦਾ ਕਿਸੇ ਵੀ ਰੂਪ 'ਚ, ਜਿਵੇਂ ਵਰਖਾ, ਬਰਫ਼, ਗੜੇ, ਤਰੇਲ ਜਾਂ ਕੋਰੇ ਦੇ ਰੂਪ 'ਚ ਜ਼ਮੀਨ ਤੇ ਡਿੱਗਣਾ ਹੀ ਅਕਸਰ ਪ੍ਰੈਸੀਪਿਟੇਸ਼ਨ ਅਖਵਾਉਂਦਾ ਹੈ। ਮੰਮੀ ਜੀ, ਇਹਦਾ ਮਤਲਬ ਇਹ ਹੋਇਆ ਲੰਮੇ ਸਮੇਂ ਤੱਕ ਰਿਕਾਰਡ ਕੀਤੇ ਮੌਸਮ ਦੀ ਔਸਤ ਹੀ ਜਲਵਾਯੂ ਹੈ। ਹੁਣ ਤੂੰ ਬਿਲਕੁਲ ਠੀਕ ਸਮਝਿਆ ਹੈ। ਇੱਕ ਖਾਸ ਸਥਾਨ ਤੇ ਲੰਬੀ ਅਵਧੀ ਦੇ ਔਸਤ ਮੌਸਮ ਨੂੰ ਅਸੀਂ ਜਲਵਾਯੂ ਕਹਿ ਸਕਦੇ ਹਾਂ। ਠੀਕ ਹੈ ਮੰਮੀ ਜੀ, ਮੈਂ ਇਹ ਸਾਰਾ ਕੁਝ ਆਪਣੇ ਦੋਸਤਾਂ ਨੂੰ ਵੀ ਦੱਸੂੰਗਾ। ਵੈਰੀ ਗੁੱਡ। ਬੇਟਾ ਸੁਮਿਤ ਬੇਟਾ, ਮੈਨੂੰ ਲੱਗਦਾ ਅੱਜ ਤੇਰੇ ਸਵਾਲ ਖਤਮ ਨਹੀਂ ਹੁੰਦੇ। ਹਾਂਜੀ ਪਾਪਾ ਜੀ। ਅੱਛਾ ਚਲੋ ਮੰਮੀ ਜੀ, ਤੁਸੀਂ ਇਹ ਦੱਸੋ ਕਿ ਇਹ ਸਹੀ ਹੈ ਕਿ ਜਦੋਂ ਸਮੁੰਦਰੀ ਪੰਛੀ ਉੱਡ ਕੇ ਧਰਤੀ ਵੱਲ ਆਉਂਦੇ ਨੇ ਉਦੋਂ ਤੂਫਾਨ ਆਉਂਦਾ ਹੈ? ਕੁਝ ਹੱਦ ਤੱਕ ਤੇ ਸੱਚਾਈ ਹੈ ਬੇਟਾ। ਪੰਛੀ ਵੀ ਮੌਸਮ ਬਾਰੇ ਬਹੁਤ ਕੁਝ ਸੰਕੇਤ ਕਰਦੇ ਨੇ।
ਪਤਾ ਸਾਡੇ ਬਜ਼ੁਰਗਾਂ ਨੇ ਤੇ ਆਪਣੇ ਤਜਰਬਿਆਂ ਦੇ ਆਧਾਰ ਤੇ ਬਹੁਤ ਅੰਦਾਜ਼ੇ ਲਾਏ ਨੇ। ਇੱਕ ਮਿੰਟ ਇਹ ਵੀ ਸੁਣੋ, ਪਿਆਜ਼ ਦਾ ਛਿਲਕਾ ਜਦੋਂ ਪਤਲਾ ਹੋਏ ਹਲਕੀ ਸਰਦੀ ਦਾ ਖਦਸ਼ਾ ਹੋਏ, ਪਿਆਜ਼ ਦਾ ਛਿਲਕਾ ਜਦੋਂ ਮੋਟਾ ਹੋਏ ਸਰਦੀ ਦਾ ਸਿਰ ਤੇ ਸੋਟਾ ਹੋਏ। ਅੱਛਾ ਦੀਦੀ, ਪਿਆਜ਼ ਤੇ ਠੰਡ ਦਾ ਕੀ ਮੇਲ ਹੈ? ਇਹਦਾ ਜਵਾਬ ਮੈਂ ਦੱਸਦਾ ਬੇਟਾ। ਇਹ ਸਰਦੀ ਦੇ ਸੁਭਾਅ ਬਾਰੇ ਹੈ। ਸਾਡੇ ਪੂਰਵਜਾਂ ਨੇ ਆਪਣੇ ਅਨੁਭਵਾਂ ਨੂੰ ਪੀੜ੍ਹੀ ਦਰ ਪੀੜ੍ਹੀ ਸਮੇਟ ਕੇ ਰੱਖਣ ਦੇ ਲਈ ਅਖਾਣਾਂ ਦਾ ਸਹਾਰਾ ਲਿਆ। ਉਹਨਾਂ ਨੇ ਦੇਖਿਆ ਹੋਵੇਗਾ ਕਿ ਕੜਾਕੇ ਦੀ ਸਰਦੀ 'ਚ ਪਿਆਜ਼ ਦਾ ਛਿਲਕਾ ਮੋਟਾ ਹੁੰਦਾ, ਜਦ ਕਿ ਹਲਕੀ ਠੰਡ 'ਚ ਉਹੀ ਪਤਲਾ ਤੇ ਨਰਮ ਹੁੰਦਾ। ਸਮਝਿਆ? ਪਰ ਮੇਰਾ ਸਵਾਲ ਤਾਂ ਇਹ ਹੈ ਪਾਪਾ ਜੀ, ਕੀ ਇਹ ਸੱਚ ਹੈ? ਸੁਮਿਤ ਬੇਟਾ, ਇਦਾਂ ਨਹੀਂ ਹੈ। ਇਹ ਤਜਰਬੇ ਤੇ ਆਧਾਰਿਤ ਸੱਚਾਈ ਹੈ। ਪਰ ਅੱਜ ਕੱਲ੍ਹ ਮੌਸਮ 'ਚ ਬਦਲਾਅ ਰਵਾਇਤੀ ਕਾਰਨਾਂ ਦੇ ਨਾਲ ਕਈ ਹੋਰ ਕਾਰਨਾਂ ਕਰਕੇ ਵੀ ਤਾਂ ਹੋ ਰਹੇ ਨੇ। ਇਸ ਲਈ ਇਸ ਤਰ੍ਹਾਂ ਦੇ ਅਖਾਣ ਕਈ ਵਾਰ ਗਲਤ ਵੀ ਸਾਬਿਤ ਹੋਏ ਨੇ। ਬੱਚਿਓ, ਪਿਛਲੇ 2 ਦਿਨਾਂ ਤੋਂ ਤੁਸੀਂ ਮੌਸਮ ਤੇ ਜਲਵਾਯੂ ਬਾਰੇ ਬਹੁਤ ਪੜ੍ਹ ਰਹੇ ਹੋ। ਆਓ ਇਸ ਨੂੰ ਇੱਕ ਵਾਰੀ ਫਿਰ ਵਿਚਾਰ ਲਈਏ। ਮੈਂ ਤੁਹਾਨੂੰ ਦੱਸਾਂਗੀ ਮੌਸਮ ਬਾਰੇ ਤੇ ਤੁਹਾਡੇ ਪਾਪਾ ਦੱਸਣਗੇ ਜਲਵਾਯੂ ਬਾਰੇ, ਤੇ ਤੁਸੀਂ ਦੋਵਾਂ ਨੇ ਬੜੇ ਧਿਆਨ ਨਾਲ ਸੁਣਨਾ ਹੈ। ਜੀ ਮੰਮੀ। ਸਾਡੇ ਵਾਯੂਮੰਡਲ ਦੀਆਂ ਆਮ ਪਰਿਸਥਿਤੀਆਂ ਜਿਹੜੀਆਂ ਕਿਸੇ ਖੇਤਰ ਵਿੱਚ ਪਾਈਆਂ ਜਾਂਦੀਆਂ ਨੇ, ਉਹ ਮੌਸਮ ਦੇ ਅੰਤਰਗਤ ਆਉਂਦੀਆਂ ਨੇ, ਜਿਵੇਂ ਕਿ ਤਾਪਮਾਨ, ਨਮੀ, ਹਵਾ ਦੀ ਗਤੀ, ਧੁੱਪ ਦਾ ਖਿੜਨਾ, ਮੀਂਹ, ਬਰਫ਼, ਗੜੇ, ਹਨੇਰੀ ਤੂਫਾਨ, ਹੜ੍ਹ, ਗਰਜਨ, ਗਰਮੀ, ਲੂ, ਸ਼ੀਤ ਲਹਿਰ ਤੇ ਬਦਲਾਂ ਦਾ ਹੋਣਾ। ਤੇ ਹੁਣ ਸੁਣੋ ਮੌਸਮ ਬਾਰੇ। ਕਿਸੇ ਖੇਤਰ ਵਿਸ਼ੇਸ਼ ਦੇ 30 ਸਾਲਾਂ ਦੇ ਮੌਸਮ ਸੰਬੰਧੀ ਔਸਤ ਪਰਿਸਥਿਤੀਆਂ ਜਲਵਾਯੂ ਨੂੰ ਦਰਸਾਉਂਦੀਆਂ ਨੇ। ਇਸ 'ਚ ਮੁੱਖ ਕਾਰਕ ਨੇ ਤਾਪਮਾਨ, ਵਰਖਾ, ਬਰਫ਼ ਦਾ ਡਿੱਗਣਾ, ਨਮੀ, ਧੁੱਪ ਦਾ ਖਿੜਨਾ, ਹਵਾ ਦੀ ਗਤੀ, ਕੋਹਰਾ, ਪਾਲਾ ਪੈਣਾ, ਪਾਲੇ ਦਾ ਪੈਣਾ ਤੇ ਗੜੇ। ਕਿਸੇ ਖੇਤਰ ਵਿੱਚ ਕਿਸੇ ਖਾਸ ਪਲ ਦੀਆਂ ਵਾਯੂਮੰਡਲੀ ਪਰਿਸਥਿਤੀਆਂ ਮੌਸਮ ਨੂੰ ਦਰਸਾਉਂਦੀਆਂ ਨੇ। ਕਿਸੇ ਖੇਤਰ ਵਿਸ਼ੇਸ਼ ਦਾ ਔਸਤ ਮੌਸਮ ਹੀ ਉਸ ਖੇਤਰ ਦੇ ਜਲਵਾਯੂ ਨੂੰ ਦਰਸਾਉਂਦਾ ਹੈ। ਮੌਸਮ ਨਿਸ਼ਚਿਤ ਸਮੇਂ ਤੇ ਵਾਯੂਮੰਡਲੀ ਹਾਲਾਤਾਂ ਨੂੰ ਦਰਸਾਉਂਦਾ ਹੈ। ਪਰ ਜਲਵਾਯੂ ਮੌਸਮ ਦੀ ਲੰਬੀ ਅਵਧੀ ਦੀ ਔਸਤ ਨੂੰ ਪ੍ਰਗਟਾਉਂਦਾ ਹੈ। ਮੌਸਮ ਵਾਯੂਮੰਡਲ ਦੀ ਖਾਸ ਮੌਕੇ ਤੇ ਸਥਿਤੀ ਦਾ ਵਿਸ਼ਲੇਸ਼ਣ ਹੈ। ਵਾਯੂਮੰਡਲ ਦੀਆਂ ਲੰਮੇ ਸਮੇਂ ਦੀਆਂ ਪਰਿਸਥਿਤੀਆਂ ਨੂੰ ਜਲਵਾਯੂ ਕਿਹਾ ਜਾਂਦਾ ਹੈ। ਕਿਸੇ ਖੇਤਰ ਦਾ ਮੌਸਮ ਕੁਝ ਘੰਟਿਆਂ 'ਚ ਜਾਂ ਕਦੇ-ਕਦੇ ਤਾਂ ਕੁਝ ਮਿੰਟਾਂ 'ਚ ਹੀ ਬਦਲ ਜਾਂਦਾ ਹੈ। ਥੋੜੇ ਸਮੇਂ ਵਿੱਚ ਹੀ ਇਹ ਕਈ ਰੂਪ ਪ੍ਰਦਰਸ਼ਿਤ ਕਰਦਾ ਹੈ। ਇੱਥੇ ਫਰਕ ਹੈ। ਕਿਸੇ ਸਥਾਨ ਦਾ ਜਲਵਾਯੂ ਬਦਲਦੇ ਦਹਾਕੇ ਲੱਗ ਜਾਂਦੇ ਨੇ। ਓਕੇ ਪਾਪਾ। ਤਾਪਮਾਨ, ਨਮੀ, ਵਾਯੂ ਦਬਾਅ, ਬੱਦਲ, ਮੀਂਹ ਆਦਿ ਦੇ ਬਦਲਾਅ ਦੇ ਨਾਲ ਵੀ ਮੌਸਮ ਬਦਲਦਾ ਹੈ। ਤਾਪਮਾਨ ਤੇ ਸੰਘਣਨ ਯਾਨੀ ਪ੍ਰੈਸੀਪੀਟੇਸ਼ਨ ਜਲਵਾਯੂ ਦੇ ਮੁੱਖ ਘਟਕ ਨੇ। ਮੌਸਮ ਦਾ ਆਂਕਲਨ ਮੌਸਮ ਵਿਭਾਗ ਦੁਆਰਾ ਇੱਕ ਨਿਸ਼ਚਿਤ ਸਮੇਂ ਤੇ ਨਿਸ਼ਚਿਤ ਸਥਾਨ ਲਈ ਕੀਤਾ ਜਾਂਦਾ ਹੈ, ਜਿਵੇਂ ਇੱਕ ਦਿਨ ਜਾਂ ਹਫ਼ਤੇ ਜਾਂ ਇੱਕ ਮਹੀਨੇ ਦਾ। ਓਕੇ ਮੰਮੀ। ਉਸੇ ਮੌਸਮ ਵਿਭਾਗ ਦੁਆਰਾ 30 ਸਾਲਾਂ ਦੇ ਮੌਸਮ ਦੇ ਅਧਿਐਨ ਦੇ ਆਧਾਰ ਤੇ ਹੀ ਕਿਸੇ ਥਾਂ ਦਾ ਜਲਵਾਯੂ ਤੈਅ ਕੀਤਾ ਜਾਂਦਾ ਹੈ। ਮੌਸਮ ਦੇ ਅਧਿਐਨ ਨੂੰ ਮੀਟੀਓਰੋਲੋਜੀ ਮਤਲਬ ਮੌਸਮ ਵਿਗਿਆਨ ਕਿਹਾ ਜਾਂਦਾ ਹੈ। ਇਸ ਵਿੱਚ ਕਈ ਵਿਸ਼ਿਆਂ ਦਾ ਸਮਾਵੇਸ਼ ਹੈ, ਜਿਹੜੇ ਕਿ ਮੌਸਮ ਦੇ ਪੂਰਵ ਅਨੁਮਾਨ ਅਤੇ ਇਸ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਨੇ। ਕਲਾਈਮੇਟ ਯਾਨੀ ਜਲਵਾਯੂ ਦੇ ਅਧਿਐਨ ਨੂੰ ਵਿਗਿਆਨ 'ਚ ਕਲਾਈਮੇਟੋਲੋਜੀ ਮਤਲਬ ਜਲਵਾਯੂ ਵਿਗਿਆਨ ਕਿਹਾ ਜਾਂਦਾ ਹੈ। ਇਹ ਇੱਕ ਨਿਸ਼ਚਿਤ ਲੰਬੀ ਅਵਧੀ ਦੇ ਵਾਯੂਮੰਡਲੀ ਹਾਲਾਤਾਂ ਦਾ ਅਧਿਐਨ ਹੁੰਦਾ ਹੈ। ਮਤਲਬ ਜਲਵਾਯੂ ਉਹ ਜਿਸ ਦੀ ਅਸੀਂ ਉਮੀਦ ਕਰਦੇ ਹਾਂ ਤੇ ਮੌਸਮ ਉਹ ਜੋ ਸਾਨੂੰ ਮਿਲਦਾ ਹੈ। ਵੈਰੀ ਗੁੱਡ ਦੀਦੀ। ਓਹੋ ਬੱਚਿਓ, ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ। ਉਹ ਕਿਹੜੀ ਪਾਪਾ? ਸੰਸਾਰ ਦੇ ਜਲਵਾਯੂ 'ਚ ਹੋ ਰਹੇ ਬਦਲਾਵਾਂ ਦੇ ਅਧਿਐਨ ਵਾਸਤੇ ਮਾਹਿਰਾਂ ਦੀ ਇੱਕ ਸਾਂਝੀ ਸੰਸਥਾ ਬਣੀ ਹੋਈ ਹੈ, ਜਿਸ ਦਾ ਨਾਮ ਹੈ IPPC ਯਾਨੀ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ। ਜਲਵਾਯੂ ਬਦਲਾਅ ਬਾਰੇ ਸਰਕਾਰਾਂ ਦੀ ਸਾਂਝੀ ਸੰਸਥਾ। ਓ ਇਸ ਸੰਸਥਾ ਅਨੁਸਾਰ ਜਲਵਾਯੂ ਦਾ ਭਾਵ ਹੈ ਔਸਤ ਮੌਸਮ। ਹੋਰ ਸਹੀ ਕਹਿਣਾ ਹੋਵੇ ਤਾਂ ਕਈ ਦਹਾਕਿਆਂ ਤੋਂ ਲੈ ਕੇ ਹਜ਼ਾਰਾਂ ਲੱਖਾਂ ਸਾਲਾਂ ਦਾ
ਔਸਤ ਮੌਸਮ ਹੀ ਜਲਵਾਯੂ ਹੁੰਦਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ, ਜੋ ਕਿ ਮੌਸਮ ਮਾਮਲਿਆਂ ਦੀ ਅੰਤਰਰਾਸ਼ਟਰੀ ਸੰਸਥਾ ਹੈ, ਉਹਨੇ ਜਲਵਾਯੂ ਦੇ ਲਈ 30 ਸਾਲਾਂ ਦਾ ਮੌਸਮ ਔਸਤ ਲੈਣ ਲਈ ਕਿਹਾ ਹੈ। ਹਾਂ ਬੱਚਿਓ, ਬਹੁਤ ਸਾਰੇ ਕਾਰਕ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਨੇ, ਜਿਵੇਂ ਭੂ-ਮੱਧ ਰੇਖਾ ਤੋਂ ਦੂਰੀ, ਸਮੁੰਦਰੀ ਤਲ ਤੋਂ ਉਚਾਈ, ਜਲ ਤੇ ਜ਼ਮੀਨ ਦਾ ਅਨੁਪਾਤ, ਸਮੁੰਦਰ ਤੋਂ ਤੇ ਪਰਬਤ ਸ਼੍ਰੇਣੀਆਂ ਤੋਂ ਦੂਰੀ। ਇਹ ਕਾਰਕ ਆਮ ਤੌਰ ਤੇ ਸਥਿਰ ਰਹਿੰਦੇ ਨੇ। ਹਾਂ, ਬਿਲਕੁਲ ਠੀਕ। ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਵਿਗਿਆਨੀਆਂ ਨੇ ਜਲਵਾਯੂ ਦੀਆਂ ਪਰਿਸਥਿਤੀਆਂ ਦਾ ਵਿਭਾਜਨ ਮੁੱਢਲੀਆਂ 5 ਕਿਸਮਾਂ 'ਚ ਕੀਤਾ ਹੈ। ਪਹਿਲੀ ਊਸ਼ਣ ਕਟੀਬੰਧੀ ਯਾਨੀ ਟ੍ਰੋਪੀਕਲ, ਦੂਜੀ ਖੁਸ਼ਕ, ਤੀਜੀ ਸੁਹਾਵਣੇ ਮੱਧ ਅਕਸ਼ਾਂਸੀ ਯਾਨੀ ਮਾਈਲਡ ਮਿਡ ਲੈਟੀਟਿਊਡ, ਚੌਥੀ ਠੰਡੇ ਮੱਧ ਅਕਸ਼ਾਂਸੀ ਯਾਨੀ ਕੋਲਡ ਮਿਡ ਲੈਟੀਟਿਊਡ, ਤੇ ਪੰਜਵੀਂ ਧਰੁਵੀ ਯਾਨੀ ਪੋਲਰ। ਪਰ ਪਾਪਾ, ਮੈਂ ਤਾਂ ਵਰਖਾ ਵਾਲੇ ਵਣ, ਉਸ਼ਣ ਕਟੀਬੰਧੀ ਘਾਹ ਵਾਲੇ ਖੇਤਰ, ਸਟੈਪ ਤੇ ਮੈਦਾਨ ਇਹਨਾਂ ਬਾਰੇ ਪੜ੍ਹਿਆ। ਇਹ ਤਾਂ ਤੁਹਾਡੀ ਸੂਚੀ 'ਚ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਬਹੁਤ ਚੰਗਾ ਸਵਾਲ, ਮੈਨੂੰ ਬਹੁਤ ਖੁਸ਼ੀ ਹੋਈ। ਜਿਹੜਾ ਤੁਸੀਂ ਪੜ੍ਹਿਆ ਹੈ ਨਾ, ਉਹ ਵੀ ਠੀਕ ਹੈ। ਤੇ ਜਿਹੜੇ 5 ਪ੍ਰਕਾਰ ਦੇ ਜਲਵਾਯੂ ਖੇਤਰਾਂ ਦੀ ਚਰਚਾ ਮੈਂ ਕੀਤੀ ਹੈ, ਉਹ ਅਸਲ 'ਚ ਮੁੱਢਲੇ ਜਲਵਾਯੂ ਖੇਤਰ ਨੇ। ਜਿਹੜੇ ਨਾ ਹੁਣ ਤੁਸੀਂ ਗਿਣਾਏ ਨੇ ਨਾ, ਉਹ ਵੀ ਜਲਵਾਯੂ ਖੇਤਰ ਨੇ, ਪਰ ਇਹਨਾਂ ਨੂੰ ਗੌਣ ਜਲਵਾਯੂ ਖੇਤਰਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ, ਯਾਨੀ ਕਿ ਸੈਕੰਡਰੀ ਕਲਾਈਮੇਟ ਜ਼ੋਨਸ। ਮੇਰੇ ਕੋਲ ਇਹਨਾਂ ਸਾਰੇ ਗੌਣ ਜਲਵਾਯੂ ਖੇਤਰਾਂ ਯਾਨੀ ਸੈਕੰਡਰੀ ਕਲਾਈਮੇਟ ਜ਼ੋਨਸ ਦੇ ਬਾਰੇ ਰਿਕਾਰਡ ਕੀਤੀ ਹੋਈ ਇੱਕ ਟੇਪ ਹੈ, ਜਿਨ੍ਹਾਂ 'ਚ ਮਾਹਿਰਾਂ ਦੀ ਗੱਲਬਾਤ ਹੈ। ਸੁਣਾਵਾਂ? ਹਾਂਜੀ ਪਾਪਾ। ਲਓ ਫਿਰ ਸੁਣੋ। ਨਮਸਕਾਰ, ਮੈਂ ਡਾਕਟਰ ਸੁਰਿੰਦਰ ਤੇ ਮੇਰੇ ਨਾਲ ਨੇ ਡਾਕਟਰ ਹਰਜੀਤ ਕੌਰ। ਨਮਸਕਾਰ। ਤੇ ਅਸੀਂ ਮੌਨਸੂਨ ਤੇ ਗੱਲ ਸ਼ੁਰੂ ਕਰਦੇ ਹਾਂ। ਇਹ ਮੌਸਮੀ ਹਵਾਵਾਂ ਨੇ ਜਿਹੜੀਆਂ ਕਈ ਮਹੀਨਿਆਂ ਤੱਕ ਰਹਿੰਦੀਆਂ ਨੇ ਤੇ ਆਪਣੇ ਖੇਤਰਾਂ 'ਚ ਵਰਖਾ ਲਿਆਂਦੀਆਂ ਨੇ। ਇਹ ਮੌਨਸੂਨ ਪਾਉਣਾ ਆਸਟ੍ਰੇਲੀਆ, ਪੂਰਬੀ ਏਸ਼ੀਆ, ਅਫਰੀਕਾ ਦੇ ਉਪ ਸਹਾਰਾ ਖੇਤਰ, ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੇ ਖੇਤਰਾਂ 'ਚ ਚੱਲਦੀਆਂ ਨੇ। ਵਰਖਾ ਵਣਾਂ 'ਚ 1750 ਮਿਲੀਮੀਟਰ ਤੋਂ ਲੈ ਕੇ 2000 ਮਿਲੀਮੀਟਰ ਤੱਕ ਦੀ ਉੱਚ ਵਰਖਾ ਹੁੰਦੀ ਹੈ। ਇੱਥੇ ਸਾਲ ਭਰ ਔਸਤ ਤਾਪਮਾਨ 18 ਡਿਗਰੀ ਸੈਲਸੀਅਸ ਤੋਂ ਥੋੜਾ ਉੱਪਰ ਰਹਿੰਦਾ ਹੈ। ਤਪਤਖੰਡੀ ਸਾਵਾਨਾ ਖੇਤਰ ਘਾਹ ਦੇ ਉਹ ਮੈਦਾਨ ਨੇ ਜੋ ਅਰਧ ਖੁਸ਼ਕ ਤੋਂ ਅਰਧ ਤਰ ਜਲਵਾਯੂ ਦੇ ਖੇਤਰ ਨੇ। ਇਹਨਾਂ ਇਲਾਕਿਆਂ 'ਚ ਔਸਤ ਤਾਪਮਾਨ ਸਾਲ ਭਰ 18 ਡਿਗਰੀ ਸੈਲਸੀਅਸ ਜਾਂ ਥੋੜਾ ਉੱਪਰ ਰਹਿੰਦਾ ਹੈ। ਸਾਲਾਨਾ ਵਰਖਾ 750 ਮਿਲੀਲੀਟਰ ਤੋਂ ਲੈ ਕੇ 1270 ਮਿਲੀਲੀਟਰ ਤੱਕ ਹੁੰਦੀ ਹੈ। ਅਫਰੀਕਾ, ਭਾਰਤ, ਮਲੇਸ਼ੀਆ, ਆਸਟ੍ਰੇਲੀਆ ਤੇ ਦੱਖਣੀ ਅਮਰੀਕਾ ਦੇ ਉੱਤਰੀ ਭਾਗ ਇਸ ਖੇਤਰ ਅਧੀਨ ਆਉਂਦੇ ਨੇ। ਤਰ ਉਪ ਉਸ਼ਣ ਕਟਿਬੰਧੀ ਜਲਵਾਯੂ ਖੇਤਰ ਯਾਨੀ ਹਿਊਮਿਡ ਸਬ ਟ੍ਰੋਪੀਕਲ ਕਲਾਈਮੇਟ ਜ਼ੋਨ ਮਹਾਦੀਪਾਂ ਦੇ ਪੂਰਬੀ ਭਾਗਾਂ 'ਚ ਪਾਏ ਜਾਂਦੇ ਨੇ। ਇਹ ਜਲਵਾਯੂ ਖੇਤਰ ਭੂ-ਮੱਧ ਰੇਖਾ ਤੋਂ ਅੰਦਾਜ਼ਨ 20 ਡਿਗਰੀ ਅਕਸ਼ਾਂਸ਼ ਤੋਂ ਲੈ ਕੇ 40 ਡਿਗਰੀ ਅਕਸ਼ਾਂਸ਼ ਦੇ ਵਿਚਕਾਰ ਪੈਂਦੇ ਨੇ। ਇੱਥੇ ਸਰਦੀ ਦੀ ਵਰਖਾ ਤੇ ਕਈ ਵਾਰ ਬਰਫ਼ਬਾਰੀ ਵੱਡੇ ਵੱਡੇ ਝੱਖੜਾਂ ਦੇ ਨਾਲ ਜੁੜੀ ਹੁੰਦੀ ਹੈ, ਜਿਹੜੇ ਪੂਰਬ ਤੋਂ ਪੱਛਮ ਵੱਲ ਵਗਦੀਆਂ ਪੱਛਮੀ ਹਵਾਵਾਂ ਲੈ ਕੇ ਆਉਂਦੀਆਂ ਨੇ। ਇੱਥੇ ਗਰਮੀਆਂ ਦੀ ਬਹੁਤੀ ਵਰਖਾ ਗਰਜਦੇ ਝੱਖੜਾਂ ਦੇ ਵਿਚਕਾਰ ਤੇ ਕਦੀ-ਕਦੀ ਆਉਣ ਵਾਲੇ ਊਸ਼ਣ ਕਟਿਬੰਧੀ ਚੱਕਰਵਾਤਾਂ ਦੇ ਕਾਰਨ ਹੁੰਦੀ ਹੈ। ਤਰ ਮਹਾਦੀਪੀ ਭਾਵ ਹਿਊਮਿਡ ਕੰਟੀਨੈਂਟਲ ਜਲਵਾਯੂ ਵਾਲੇ ਖੇਤਰਾਂ ਦਾ ਮੌਸਮ ਬਹੁਤ ਹੀ ਬਦਲਦਾ ਰਹਿੰਦਾ ਹੈ। ਮੌਸਮ ਬਦਲਣ ਨਾਲ ਇੱਥੇ ਤਾਪਮਾਨ 'ਚ ਕਾਫੀ ਬਦਲਾਅ ਆ ਜਾਂਦਾ ਹੈ। ਇਹ ਉਹ ਥਾਵਾਂ ਨੇ ਜਿੱਥੇ ਸਾਲ ਭਰ 'ਚ ਘੱਟੋ ਘੱਟ 3 ਮਹੀਨੇ ਔਸਤ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਉੱਪਰ ਰਹਿੰਦਾ ਹੈ ਤੇ ਸਭ ਤੋਂ ਵੱਧ ਠੰਡ ਵਾਲੇ 1 ਮਹੀਨੇ ਦਾ ਤਾਪਮਾਨ -3 ਡਿਗਰੀ ਸੈਲਸੀਅਸ ਤੋਂ ਵੀ ਘੱਟ ਡਿੱਗ ਜਾਂਦਾ ਹੈ, ਜਿਸ ਕਰਕੇ ਇਹ ਸਥਾਨ ਖੁਸ਼ਕ ਜਾਂ ਅਰਧ ਖੁਸ਼ਕ ਜਲਵਾਯੂ ਖੇਤਰਾਂ ਦੇ ਮਾਪਦੰਡਾਂ ਤੇ ਪੂਰੇ ਨਹੀਂ ਉਤਰਦੇ। ਸਾਗਰੀ ਜਲਵਾਯੂ ਯਾਨੀ ਓਸ਼ਨਿਕ ਕਲਾਈਮੇਟ ਪੱਛਮੀ ਤਟਾਂ ਦੇ ਨਾਲ-ਨਾਲ ਸਾਰੇ ਮਹਾਦੀਪਾਂ ਦੇ ਮੱਧ ਅਕਸ਼ਾਂਸ਼ਾਂ 'ਚ ਤੇ ਦੱਖਣੀ ਪੂਰਬੀ ਆਸਟ੍ਰੇਲੀਆ 'ਚ ਪਾਇਆ ਜਾਂਦਾ ਹੈ। ਇਹਨਾਂ ਖੇਤਰਾਂ 'ਚ ਸਾਲ ਭਰ ਭਾਰੀ ਮੀਂਹ ਪੈਂਦਾ ਰਹਿੰਦਾ ਹੈ। ਭੂ-ਮੱਧ ਖੰਡੀ ਜਲਵਾਯੂ ਭਾਵ ਮੈਡੀਟੇਰੇਨੀਅਨ ਕਲਾਈਮੇਟ ਖੇਤਰ 'ਚ ਗਰਮੀਆਂ 'ਚ ਗਰਮ ਤੇ ਖੁਸ਼ਕ, ਜਦਕਿ ਸਰਦੀਆਂ 'ਚ ਠੰਡੀਆਂ ਤੇ ਤਰ ਹੁੰਦੀਆਂ ਨੇ। ਇਹ ਜਲਵਾਯੂ ਖੇਤਰ ਭੂ-ਮੱਧੀ ਇਲਾਕੇ, ਪੱਛਮੀ ਤੇ ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸੇ,
ਉੱਤਰੀ ਅਮਰੀਕਾ ਦੇ ਪੱਛਮੀ ਭਾਗ, ਦੱਖਣੀ ਅਫਰੀਕਾ ਤੇ ਮੱਧ ਚਿਲੀ ਤੱਕ ਫੈਲਿਆ ਹੋਇਆ ਹੈ। ਸਟੈਪੀ ਜਲਵਾਯੂ ਖੇਤਰ ਘਾਹ ਦੇ ਖੁਸ਼ਕ ਮੈਦਾਨਾਂ 'ਚ ਫੈਲਿਆ ਹੋਇਆ ਹੈ, ਜਿਨ੍ਹਾਂ ਦਾ ਗਰਮੀਆਂ ਦਾ ਔਸਤ ਸਾਲਾਨਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਤੇ ਸਰਦੀਆਂ ਦਾ -40 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। ਟੁੰਡਰਾ ਜਲਵਾਯੂ ਖੇਤਰ ਦਾ ਪਸਾਰਾ ਹੈ। ਧੁਰ ਉੱਤਰੀ ਅਰਬ ਗੋਲੇ 'ਚ, ਟੈਗਾ ਪੱਟੀ ਦੇ ਉੱਤਰ 'ਚ ਸਮੇਤ ਉੱਤਰੀ ਰੂਸ ਤੇ ਕੈਨੇਡਾ ਦੇ ਵਿਸ਼ਾਲ ਖੇਤਰਾਂ ਤੱਕ। ਰੇਗਿਸਤਾਨ ਉਹ ਖੇਤਰ ਹੈ ਜਿੱਥੇ ਵਰਖਾ ਬਹੁਤ ਘੱਟ ਹੁੰਦੀ ਹੈ। ਇੱਥੇ ਦਿਨ ਤੇ ਰਾਤ ਦੇ ਵੱਖ-ਵੱਖ ਮੌਸਮਾਂ ਦੇ ਤਾਪਮਾਨ 'ਚ ਬਹੁਤ ਅੰਤਰ ਪਾਇਆ ਜਾਂਦਾ ਹੈ। ਤਾਪਮਾਨ ਦਾ ਇਹ ਅੰਤਰ ਰੇਗਿਸਤਾਨ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਬਹੁਤ ਹੀ ਘੱਟ ਨਮੀ ਦੇ ਕਾਰਨ ਗਰਮੀਆਂ 'ਚ ਇਹ ਤਾਪਮਾਨ 45 ਡਿਗਰੀ ਸੈਲਸੀਅਸ ਤੋਂ 113 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਸਰਦੀਆਂ 'ਚ ਇਹ 0 ਡਿਗਰੀ ਤੱਕ ਪਹੁੰਚ ਜਾਂਦਾ ਹੈ। ਉੱਚ ਪਰਬਤ ਸ਼੍ਰੇਣੀਆਂ ਦੇ ਦੂਜੇ ਪਾਸੇ ਵੱਲ ਪੈਣ ਵਾਲੇ ਖੇਤਰ ਵੀ ਘੱਟ ਵਰਖਾ ਦੇ ਕਾਰਨ ਰੇਗਿਸਤਾਨ ਦਾ ਰੂਪ ਧਾਰਨ ਕਰ ਲੈਂਦੇ ਨੇ, ਕਿਉਂ ਜੋ ਪਰਬਤ ਨਮੀ ਤੇ ਵਰਖਾ ਦੇ ਇੱਧਰ ਆਉਣ ਤੇ ਰੋਕ ਬਣ ਜਾਂਦੇ ਨੇ। ਉਪ ਧਰੁਵੀ ਯਾਨੀ ਸਬੈਕਟਿਕ ਜਲਵਾਯੂ ਖੇਤਰਾਂ 'ਚ ਵਰਖਾ ਘੱਟ ਹੁੰਦੀ ਹੈ। ਸਾਰੇ ਸਾਲ 'ਚ 1 ਤੋਂ ਲੈ ਕੇ 6 ਮਹੀਨਿਆਂ ਦਾ ਮਾਸਿਕ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਕੁਝ ਉੱਪਰ ਹੁੰਦਾ ਹੈ। ਸਰਦੀਆਂ 'ਚ ਤਾਪਮਾਨ ਜਮਾ ਬਿੰਦੂ ਤੋਂ ਬਹੁਤ ਹੇਠਾਂ ਡਿੱਗ ਜਾਂਦਾ ਹੈ। ਅਜਿਹੀ ਜਮਾ ਦੇਣ ਵਾਲੀ ਠੰਡ ਅਕਸਰ 6 ਮਹੀਨੇ ਰਹਿੰਦੀ ਹੈ। ਧਰੁਵੀ ਖੇਤਰ ਸਦਾ ਬਰਫ਼ ਨਾਲ ਢਕੇ ਰਹਿੰਦੇ ਨੇ। ਕਿਸੇ ਵੀ ਗ੍ਰਹਿ ਜਾਂ ਉਪਗ੍ਰਹਿ ਤੇ ਇਹਨਾਂ ਦੀ ਉਚਾਈ ਕਾਫੀ ਜ਼ਿਆਦਾ ਹੁੰਦੀ ਹੈ। ਭੂ-ਮੱਧ ਰੇਖਾ ਤੋਂ ਦੂਰ ਹੋਣ ਕਾਰਨ ਇੱਥੇ ਸੂਰਜ ਦੀਆਂ ਕਿਰਨਾਂ ਬਹੁਤ ਘੱਟ ਪਹੁੰਚਦੀਆਂ ਨੇ। ਇਸ ਕਾਰਨ ਇਹਨਾਂ ਖੇਤਰਾਂ ਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ। ਬਰਫ਼ ਨਾਲ ਸਦਾ ਢਕੇ ਹੋਣ ਕਾਰਨ ਇਹਨਾਂ ਨੂੰ ਧਰੁਵੀ ਬਰਫੀਲੀਆਂ ਚਾਦਰਾਂ ਵੀ ਕਿਹਾ ਜਾਂਦਾ ਹੈ। ਸੁਣ ਲਿਆ, ਇਸ ਤਰ੍ਹਾਂ ਇਹ ਵਰਣਨ 12 ਕਿਸਮਾਂ ਦੇ ਗੌਣ ਜਲਵਾਯੂ ਖੇਤਰਾਂ ਦਾ। ਪਰ ਪਾਪਾ, ਇਹ ਤਾਂ ਗੱਲ ਹੋਈ ਵੱਖ-ਵੱਖ ਪ੍ਰਕਾਰ ਦੇ ਜਲਵਾਯੂ ਦੀ, ਪਰ ਵੱਖ-ਵੱਖ ਖੇਤਰ ਜਿੱਥੇ ਜਲਵਾਯੂ ਪਾਇਆ ਜਾਂਦਾ ਹੈ ਉਹ ਕਿਹੜੇ ਨੇ? ਦਰਅਸਲ ਬੇਟਾ, ਮੌਨਸੂਨ ਤੇ ਸਵਾਨਾ ਘਾਹ ਵਾਲੇ ਜਲਵਾਯੂ ਖੇਤਰਾਂ 'ਚ ਦੋਹਾਂ ਪੱਖਾਂ ਦੀ ਚਰਚਾ ਕੀਤੀ ਗਈ ਹੈ। ਬਾਕੀ ਮਾਮਲਿਆਂ 'ਚ ਇਹ ਸਪਸ਼ਟ ਨਹੀਂ ਹੈ। ਅਜਿਹਾ ਜਾਣਬੁੱਝ ਕੇ ਇਸ ਲਈ ਕੀਤਾ ਗਿਆ ਹੈ ਕਿ ਖੁਦ ਪਹਿਚਾਨਣ ਤੇ ਜਾਣਨ ਦੀ ਇੱਛਾ ਤੁਹਾਡੇ ਅੰਦਰ ਵਿਕਸਿਤ ਹੋ ਸਕੇ। ਗੇਂਦ ਹੁਣ ਦੇਖੋ, ਹੁਣ ਤੁਹਾਡੇ ਪਾਲੇ 'ਚ ਹੈ ਨਾ? ਜੀ ਪਾਪਾ। ਹਾਂ ਪਰਮਜੀਤ, ਤੁਹਾਡਾ ਕੀ ਸੁਝਾਅ ਹੈ ਕਿ ਬੱਚਿਆਂ ਨੂੰ ਇਹ ਖੁਦ ਨਹੀਂ ਜਾਣਨਾ ਚਾਹੀਦਾ? ਮੇਰਾ ਵੀ ਇਹੀ ਖਿਆਲ ਹੈ। ਇੱਕ ਤਰ੍ਹਾਂ ਨਾਲ ਇਹ ਇਹਨਾਂ ਦਾ ਹੋਮਵਰਕ ਹੈ। ਗੇਂਦ ਹੁਣ ਤੁਹਾਡੇ ਪਾਲੇ 'ਚ ਹੈ। ਮੇਰਾ ਮਤਲਬ, ਤੁਸੀਂ ਹੁਣ ਆਪਣਾ ਹੋਮਵਰਕ ਪੂਰੇ ਧਿਆਨ ਨਾਲ ਕਰਨਾ ਹੈ। ਤੇ ਨਾਲੇ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆ ਰਹੀ ਸੀ, ਬੜੀ ਜ਼ਰੂਰੀ ਗੱਲ ਸੀ। ਕੀ ਸੀ? ਚਾਹ ਤੇ ਪਕੌੜੇ ਇੱਕ ਵਾਰੀ ਹੋਰ ਨਾ ਹੋ ਜਾਣ? ਬਿਲਕੁਲ ਪਾਪਾ। ਹਾਂ, ਲਿਆ ਬਈ ਫਿਰ। ਹੁਣੇ ਤੁਸੀਂ ਸੁਣ ਰਹੇ ਸੀ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ ਦੂਜੀ ਕੜੀ। ਪੰਜਾਬੀ ਰੂਪਾਂਤਰ ਤੇ ਲੇਖਨ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਇਸ ਕੜੀ 'ਚ ਭਾਗ ਲੈਣ ਵਾਲੇ ਕਲਾਕਾਰ ਹਰਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਮਾਸਟਰ ਹਰ ਹੁਨਰ, ਅਵਿਨਾਸ਼, ਪੂਨਮ ਰਾਮਪਾਲ, ਨਿਸ਼ਾ ਪ੍ਰਸ਼ਾਂਤ ਤੇ ਸੁਨੀਲ ਜੋਸ਼ੀ। ਵਿਸ਼ੇਸ਼ ਸਹਿਯੋਗ ਰਾਜਕੁਮਾਰ ਤੁਲੀ। ਪੇਸ਼ਕਸ਼ ਗੁਰਵਿੰਦਰ ਸਿੰਘ ਸੰਧੂ।